ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਤੇ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅੱਜ ਅਸੀਂ ਕਰਨ ਜਾ ਰਹੇ ਹਾਂ ਦਮੋਦਰ। ਨਾਨਕ ਕਾਲ ਦੇ ਕਿੱਸਾਕਾਰਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਦਮੋਦਰ ਦਾ ਆਉਂਦਾ ਹੈ। ਹੁਣ ਸਭ ਤੋਂ ਪਹਿਲੀ ਗੱਲ ਕੀ ਹੈ, ਨਾਨਕ ਕਾਲ ਦੇ ਸਭ ਤੋਂ ਪਹਿਲਾ ਕਿੱਸਾਕਾਰ ਕਿਹੜਾ ਹੈ? ਦਮੋਦਰ, ਜਿਸਨੇ ਹੀਰ ਰਾਂਝੇ ਦਾ ਕਿੱਸਾ ਲਿਖ ਕੇ ਪੰਜਾਬੀ ਸਾਹਿਤ ਦੀ ਇੱਕ ਨਵੀਂ ਪਰੰਪਰਾ ਨੂੰ ਜਨਮ ਦਿੱਤਾ। ਹੀਰ ਦਾ ਕਿੱਸਾ ਪੰਜਾਬੀ ਸਾਹਿਤ ਤੇ ਜੀਵਨ ਦਾ ਇੱਕ ਵਿਸ਼ੇਸ਼ ਤੇ ਅਨਿੱਖੜ ਅੰਗ ਬਣਿਆ ਹੋਇਆ ਹੈ, ਕਿਉਂ ਜੋ ਇਸ ਨੂੰ ਹਰ ਸ਼੍ਰੇਣੀ ਦੇ ਹਰ ਅਵਸਥਾ ਦੇ ਲੋਕ ਵੱਖ-ਵੱਖ ਸੁਆਦ, ਆਸ਼ੇ ਤੇ ਦ੍ਰਿਸ਼ਟੀਕੋਣ ਤੋਂ ਪੜ੍ਹਦੇ ਹਨ। ਹੁਣ ਕੀ ਹੈ, ਸਭ ਤੋਂ ਪਹਿਲਾਂ ਇਹ ਨਾਨਕ ਕਾਲ ਦੇ ਕਿੱਸਾਕਾਰਾਂ ਚੋਂ ਸਭ ਤੋਂ ਪਹਿਲਾ ਨਾਂ ਕਿਹਦਾ ਆਉਂਦਾ ਹੈ? ਦਮੋਦਰ ਦਾ। ਉਹਨੇ ਕੀ ਕੀਤਾ? ਹੀਰ ਰਾਂਝੇ ਦਾ ਕਿੱਸਾ ਲੈ ਕੇ ਪੰਜਾਬੀ ਸਾਹਿਤ ਦੇ ਵਿੱਚ ਕੀ ਕੀਤਾ? ਇੱਕ ਨਵੀਂ ਪਰੰਪਰਾ ਨੂੰ ਜਨਮ ਦਿੱਤਾ ਹੈ। ਤੇ ਇਸ ਕਿੱਸੇ ਉੱਤੇ ਸਭ ਤੋਂ ਵੱਧ ਕਵੀਆਂ ਨੇ ਹੱਥ ਅਜਮਾਏ ਹੈ। ਇਹ ਪੰਜਾਬ ਦੇ ਵਿੱਚ ਨਹੀਂ, ਸਗੋਂ ਇਹਨੂੰ ਪੰਜਾਬੀ 'ਚ ਨਹੀਂ ਲਿਖਿਆ ਗਿਆ, ਸਗੋਂ ਇਹਨੂੰ ਅਰਬੀ, ਫਾਰਸੀ, ਹਿੰਦੀ, ਸਿੰਧੀ, ਬਲੋਚ, ਰਾਜਸਥਾਨੀ, ਉਰਦੂ, ਅੰਗਰੇਜ਼ੀ, ਇਹ ਜਿਹੜੀਆਂ ਸਾਰੀਆਂ ਵੱਖ-ਵੱਖ ਬੋਲੀਆਂ ਸੀਗੀਆਂ, ਵੱਖ-ਵੱਖ ਟਾਈਮ ਤੇ ਵੱਖ-ਵੱਖ ਲੇਖਕਾਂ ਦੁਆਰਾ ਇਸ ਕਿੱਸੇ ਨੂੰ ਲਿਖਿਆ ਗਿਆ। ਪੰਜਾਬੀ ਵਿੱਚ ਇਸ ਕਿੱਸੇ ਨੂੰ ਸੰਪੂਰਨ ਰੂਪ, ਸਭ ਤੋਂ ਪਹਿਲਾਂ ਸੰਪੂਰਨ ਰੂਪ ਇਸ ਕਿੱਸੇ ਨੂੰ ਕਿਹਨੇ ਦਿੱਤਾ ਸੀਗਾ? ਦਮੋਦਰ ਨੇ ਦਿੱਤਾ ਹੈ। ਉਸਦਾ ਜਿਹੜਾ ਬਿਆਨ ਹੈ ਉਹ ਸਭ ਤੋਂ ਵੱਧ ਪ੍ਰਮਾਣਿਕ ਹੈ, ਭਾਵੇਂ ਇਸ ਦੇ ਹਵਾਲੇ ਦਮੋਦਰ ਤੋਂ ਪਹਿਲਾਂ ਜਿਹੜੇ ਕਵੀ ਹੋ ਚੁੱਕੇ ਹੈ ਉਹਨਾਂ ਦੀ ਕਵਿਤਾ ਵਿੱਚ ਵੀ ਮਿਲਦੇ ਹੈ, ਪਰ ਹੀਰ ਰਾਂਝੇ ਦੀ ਜਿਹੜੀ ਸਭ ਤੋਂ ਪਹਿਲੀ ਪ੍ਰੇਮ ਕਹਾਣੀ ਹੈ ਉਹਦੇ ਬਾਰੇ ਕਿਹਨੇ ਲਿਖਿਆ ਸੀਗਾ? ਬਾਕੀ ਕਲਾਬੀ ਨੇ ਲਿਖਿਆ ਸੀਗਾ। 1574 ਈਸਵੀ ਦੇ ਵਿੱਚ ਫਾਰਸੀ 'ਚ ਲਿਖਤਾ ਸੀਗਾ। ਠੀਕ ਹੈ, ਇੱਥੇ ਬਸ ਨਹੀਂ ਹੈ। ਇਹ ਪ੍ਰੇਮ ਕਥਾ ਦੇ ਬਾਰੇ ਭਾਈ ਗੁਰਦਾਸ ਨੇ ਵੀ ਲਿਖਿਆ ਹੈ, ਸ਼ਾਹ ਹੁਸੈਨ ਨੇ ਵੀ ਇਹਦੇ ਜਿਹੜੇ ਮਤਲਬ ਕਥਾ ਦੇ ਵੱਖ-ਵੱਖ ਪੜਾਅ ਹੈ ਉਹਨੂੰ ਸੂਫੀ ਭਾਵਾਂ ਦੇ ਵਿੱਚ ਉਹਨਾਂ ਦੀ ਪੇਸ਼ਕਾਰੀ ਕੀਤੀ ਹੈ। ਪਰ ਫਿਰ ਵੀ ਹੀਰ ਰਾਂਝੇ ਦੇ ਪ੍ਰੇਮ ਬਾਰੇ ਸੰਪੂਰਨ ਕਿੱਸਾ ਲਿਖਣ ਦਾ ਸਿਹਰਾ ਕਿਹਦੇ ਸਿਰ ਜਾਂਦਾ ਹੈ? ਦਮੋਦਰ ਦੇ ਸਿਰ ਜਾਂਦਾ ਹੈ। ਕਿਹਦੇ ਸਿਰ ਜਾਂਦਾ ਹੈ? ਦਮੋਦਰ ਦੇ ਸਿਰ ਜਾਂਦਾ ਹੈ। ਠੀਕ ਹੈ, ਇਹਦੇ ਨਾਲ ਹੀ ਪੰਜਾਬੀ ਵਿੱਚ ਕਿੱਸਾ ਕਾਵਿ ਦਾ ਮੁੱਢ ਵੱਜਦਾ। ਠੀਕ ਹੈ ਜੀ, ਇਹ ਗੱਲ ਸਮਝ ਆ ਗਈ ਹੋਊਗੀ ਤੁਹਾਨੂੰ, ਉਮੀਦ ਮੈਂ ਕਰਦੀ ਹਾਂ। ਫਿਰ ਅਸੀਂ ਕਰਦੇ ਹਾਂ ਦਮੋਦਰ ਦੇ ਜੀਵਨ ਦੇ ਬਾਰੇ, ਕਿ ਦਮੋਦਰ ਕੌਣ ਹੈ, ਕਿੱਥੋਂ ਦਾ ਵਾਸੀ ਹੈ, ਉਹਨੇ ਕਿੱਸਾ ਕਦੋਂ ਲਿਖਿਆ। ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਉਹਦੇ ਆਪਣੇ ਕਿੱਸੇ ਦੇ ਪਾਠ ਵਿੱਚੋਂ ਹੀ ਮਿਲਦੇ ਆ। ਠੀਕ ਹੈ, ਇਹ ਪਾਠ ਪੰਜਾਬੀ ਪਾਠਕਾਂ ਤੱਕ ਸਭ ਤੋਂ ਪਹਿਲਾਂ 1927 ਵਿੱਚ ਬਾਬਾ ਗੰਗਾ ਸਿੰਘ ਬੇਦੀ ਨੇ ਪਹੁੰਚਾਇਆ। ਬਾਬਾ ਗੰਗਾ ਸਿੰਘ ਬੇਦੀ ਦਾ ਪਾਠ ਸੀਗਾ, ਇਹਦੇ ਕਿੱਸੇ ਦੇ ਬਾਰੇ ਉਹਨੇ ਪਹੁੰਚਾਇਆ ਹੈ। ਉਸ ਕੋਲ ਇਹ ਕਿੱਸੇ ਦੇ ਦੋ ਵੱਖ-ਵੱਖ ਹੱਥ ਲਿਖਿਤ ਖਰੜੇ ਸੀ। ਉਹਨੇ ਜਿਹੜਾ ਇਹ ਇੱਕ ਖਰੜਾ ਉਹਨੂੰ ਮਿਲਿਆ ਸੀਗਾ ਭਾਈ ਹਰੀ ਸਿੰਘ ਜਿਉਣਾ, ਜ਼ਿਲ੍ਹਾ ਝੰਗ ਤੋਂ, ਤੇ ਦੂਜਾ ਉਹਨੂੰ ਮਿਲਿਆ ਭਾਈ ਮਤਾਬ ਸਿੰਘ ਸਕਣ, ਪੈੜਾ ਬੁੱਲੇ, ਜ਼ਿਲ੍ਹਾ ਝੰਗ ਤੋਂ। ਦੋਨਾਂ ਦਾ ਜ਼ਿਲ੍ਹਾ ਕਿਹੜਾ ਸੀਗਾ? ਝੰਗ ਸੀਗਾ। ਉੱਥੋਂ ਦੇ ਵਾਸੀ ਸੀਗੇ ਦੋਨੋਂ ਹੀ, ਇੱਕ ਭਾਈ ਹਰੀ ਸਿੰਘ ਜਿਉਣਾ ਤੇ ਦੂਜਾ ਭਾਈ ਮਤਾਬ ਸਿੰਘ ਸਕਣ, ਪੈੜਾ ਬੁੱਲੇ। ਠੀਕ ਹੈ, ਠੀਕ ਹੈ ਜੀ, ਅੱਗੇ ਤੁਹਾਨੂੰ ਉਮੀਦ ਕਰਦੀ ਹਾਂ ਸਮਝ ਆ ਰਹੀ ਹੋਊਗੀ। ਇਹਨਾਂ ਦੋਨਾਂ ਨੂੰ ਮਿਲਾ ਕੇ, ਇਹ ਦੋਨੇ ਜਿਹੜੇ ਉਹਨੇ ਦੋਨਾਂ ਦੀਆਂ ਕਾਪੀਆਂ ਹੱਥ ਲਿਖਤ ਖਰੜੇ ਮਿਲੇ ਸੀਗੇ, ਉਹਨੇ ਗੰਗਾ ਸਿੰਘ ਬੇਦੀ ਨੇ ਇਹਨਾਂ ਦੋਨਾਂ ਨੂੰ ਮਿਲਾ ਕੇ ਕਿੱਸੇ ਨੂੰ ਸੰਪੂਰਨ ਕੀਤਾ ਹੈ। ਤੇ ਇਹ ਕਿੱਸਾ ਪ੍ਰਕਾਸ਼ਿਤ ਕਿਹਨੇ ਕੀਤਾ ਸੀਗਾ ਜੀ? ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ। ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਰਾਹੀਂ ਇਹ ਪ੍ਰਕਾਸ਼ਿਤ ਕਰਵਾਇਆ ਗਿਆ। ਤੇ ਆਪਣੇ ਬਾਰੇ ਜਾਣਕਾਰੀ ਦਿੰਦਾ ਹੋਇਆ ਦਮੋਦਰ ਆਪਣੇ ਕਿੱਸੇ ਦੇ ਵਿੱਚ ਲਿਖਦਾ ਹੈ, ਨਾ ਦਮੋਦਰ ਜਾਤ ਗੁਲਾਟੀ, ਆਇਆ ਸਿੱਖ ਸਿਆਣੀ, ਆਪਣੇ ਮਨ ਵਿੱਚ ਮਸਲਤ ਕੀਤੀ, ਬਹਿ ਕੇ ਇਥਾਏ ਜਾਣੀ।
ਬੇਸ਼ੱਕ ਦਮੋਦਰ ਆਪ ਲਿਖਦਾ ਹੈ ਕਿ ਉਹ ਰੁਜ਼ਗਾਰ ਦੀ ਭਾਲ ਦੇ ਵਿੱਚ ਚੂਚਕ ਦੇ ਪਿੰਡ ਝੰਗ ਸਿਆਲ ਦੇ ਵਿੱਚ ਗਿਆ ਸੀਗਾ ਤੇ ਉਸਦੇ ਕਹਿਣ ਤੇ ਹੀ ਉਹਨੇ ਉੱਥੇ ਕੀ ਕੀਤੀ ਸੀਗੀ, ਹੱਟੀ ਪਾਈ ਸੀਗੀ। ਪਰ ਦਮੋਦਰ ਜਿਹੜੀ ਉਹਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ, ਇਹਦੇ ਮਾਮਲੇ ਦੇ ਵਿੱਚ ਉਹ ਭਰੋਸੇਯੋਗ ਕਵੀ ਨਹੀਂ ਸਿੱਧ ਹੋਇਆ। ਇਹ ਗੱਲ ਕਿੱਥੋਂ ਸਿੱਧ ਹੋ ਗਈ? ਕਿਉਂਕਿ ਉਹਨੇ ਕਿੱਸੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਦੀਆਂ ਮਨਘੜਤ ਹੈ, ਬਹੁਤ ਸਾਰੀਆਂ ਮਨਘੜਤ ਗੱਲਾਂ ਕੀਤੀਆਂ ਹੋਈਆਂ ਨੇ ਕਿੱਸੇ ਦੇ ਵਿੱਚ। ਉਹ ਮਿਸਾਲ ਵਜੋਂ ਉਹ 70 ਵਾਰ ਲਿਖਦਾ ਹੈ ਕਿੱਸੇ ਦੇ ਵਿੱਚ ਕਿ ਉਹਨੇ ਸਾਰੀਆਂ ਘਟਨਾਵਾਂ ਆਪਣੇ ਅੱਖੀਂ ਦੇਖੀਆਂ ਹੈ। ਜਿਵੇਂ ਉਹਨੇ ਲਿਖਿਆ ਹੈ, ਵੇਖ ਦਮੋਦਰ ਹੀਰੇ ਦੀ ਚਾਲੀ, ਕਿੱਸਾ ਆਣ ਬਣਾਏ, ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣ ਨਾ ਕਾਏ। ਅੱਗੇ ਲਿਖਦਾ, ਆਖ ਦਮੋਦਰ ਮੈਂ ਅੱਖੀਂ ਡਿੱਠਾ, ਲੱਗੀ ਹੋਣ ਲੜਾਈ। ਇਸ ਕਰਕੇ ਬਹੁਤ ਸਾਰੇ ਵਿਦਵਾਨ ਹੈ ਜਿਹੜੇ ਇਹ ਗੱਲ ਨੂੰ ਨਹੀਂ ਮੰਨ ਰਹੇ ਕਿ ਉਹਨੇ ਹੱਟੀ ਵਾਲੀ ਗੱਲ ਵੀ ਸੱਚ ਹੋਊਗੀ, ਤੇ ਇਹ ਵੀ ਉਹ ਸੋਚਦੇ ਨੇ ਸਾਰੇ ਵਿਦਵਾਨ ਕਿ ਉਹਨੇ ਕੀ ਹੈ, ਆਪਣੇ ਕਿੱਸੇ ਨੂੰ ਮੰਨਣਯੋਗ ਬਣਾਉਣ ਦੇ ਲਈ ਇਹ ਇੱਕ ਯੁਗਤ ਬਣਾਈ ਸੀ। ਤੇ ਇੱਕ ਹੈਗਾ ਸੀਗਾ ਜੀ ਰਿਚਰਡ ਟੈਂਪਲ, ਇਹਨੇ ਆਪਣੀ ਬੁੱਕ ਹੈ ਇਹਦੀ ਲੀਜੈਂਡ ਆਫ ਦੀ ਪੰਜਾਬ, ਉਹਦੇ ਵਿੱਚ ਇਹ ਲਿਖਦਾ ਹੈ ਕਿ ਦਮੋਦਰ ਹੈ ਜਿਹੜਾ ਉਹ ਇੱਕ ਦੁਕਾਨ ਨਹੀਂ ਕਰਦਾ ਸੀਗਾ, ਸਗੋਂ ਕੀ ਸੀਗਾ, ਉਹਦੀ ਇੱਕ ਹੱਟੀ ਪਿੰਡ ਦਾ ਉਹ ਪਟਵਾਰੀ ਸੀਗਾ। ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਹੈ ਕਿ ਮੰਨ ਨੇ ਕਿ ਦਮੋਦਰ ਦੁਕਾਨ ਵੀ ਨਹੀਂ ਕਰਦਾ ਸੀਗਾ, ਪਿੰਡ ਦਾ ਪਟਵਾਰੀ ਵੀ ਨਹੀਂ ਸੀ, ਪਰ ਇਹ ਗੱਲ ਤਾਂ ਹੈ ਕਿ ਦਮੋਦਰ ਨੇ ਚੂਚਕ ਦੇ ਪਿੰਡ ਕੋਈ ਨਾ ਕੋਈ ਕੰਮ ਤਾਂ ਕੀਤਾ ਹੀ ਹੈ। ਜਾਂ ਫਿਰ ਇਹ ਵੀ ਹੋ ਸਕਦਾ ਕਿ ਉਹਨੇ ਸਿਰਫ ਇੱਕ ਇਹ ਯੁਗਤ ਹੀ ਉਹਦੀ ਹੋਵੇ ਜਿਹਦੇ ਤਹਿਤ ਉਹ ਕੀ ਸ਼ੋਅ ਕਰਨਾ ਚਾਹੁੰਦਾ ਹੈ ਕਿ ਉਹਦੇ ਚੂਚਕ ਦੇ ਨਾਲ ਕੀ ਹੈ ਜਿਹੜੇ ਸੰਬੰਧ ਹੈ ਉਹ ਬਹੁਤ ਨੇੜੇ ਦੇ ਹੈ। ਇਸ ਸੰਬੰਧੀ ਡਾਕਟਰ ਕੁਲਵੀਰ ਸਿੰਘ ਕਾਂਗ ਲਿਖਦੇ ਹੈ ਕਿ ਦਮੋਦਰ ਦਾ ਜਿਹੜਾ ਇਹ ਦਾਅਵਾ ਹੈ ਇਹ ਬਿਲਕੁਲ ਨਿਰਮੂਲ ਜਾਪਦਾ ਹੈ। ਇੱਕ ਕਵੀ ਆਪਣੇ ਪਾਤਰਾਂ ਦੇ ਨਾਲ ਥਾਂ-ਥਾਂ ਘੁੰਮ ਰਿਹਾ ਹੈ, ਜਿਸਨੂੰ ਹੋਰ ਕੋਈ ਕੰਮ ਨਹੀਂ ਹੈ। ਕਦੇ ਤਾਂ ਕਹਿੰਦੇ ਉਹ ਤਖਤ ਹਜ਼ਾਰੇ ਦੇ ਵਿੱਚ ਰਾਂਝੇ ਦਾ ਹੁਸਨ ਦੇਖਣ ਨੂੰ ਚਲੇ ਗਿਆ, ਕਦੇ ਹੀਰ ਦੀ ਬਾਲ ਲੀਲਾ ਵੇਖਦਾ ਰਿਹਾ, ਫਿਰ ਮੁਕੱਦਮੇ ਵੇਲੇ ਕੋਟ ਕਬੂਲੇ ਵੀ ਪਹੁੰਚ ਗਿਆ। ਜੇ ਉਹ ਦੁਕਾਨਦਾਰ ਸੀ ਤਾਂ ਕਾਹਦੀ ਦੁਕਾਨਦਾਰੀ ਸੀ ਉਹਦੀ? ਉਹ ਦੁਕਾਨਦਾਰੀ ਤਾਂ ਤਾਦੀ ਹੋ ਸਕਦੀ ਹੈ ਜੇ ਕੋਈ ਟਿਕ ਕੇ ਆਪਣੀ ਦੁਕਾਨ ਤੇ ਬੈਠ ਕੇ ਕੋਈ ਕੰਮ ਕਰੇ, ਪਰ ਉਹ ਕੀ ਹੈ, ਆਪਣੇ ਪਾਤਰਾਂ ਦੇ ਨਾਲ ਥਾਂ-ਥਾਂ ਤੇ ਘੁੰਮ ਰਿਹਾ ਹੈ, ਫਿਰ ਉਹਦੀ ਇੱਕ ਕਾਹਦੀ ਦੁਕਾਨਦਾਰੀ ਹੈ। ਇਸ ਕਰਕੇ ਉਸਦੇ ਕਿੱਸੇ ਦੇ ਰਚਨਕਾਰ ਬਾਰੇ ਵੀ ਦਿੱਤੀ ਜਾਣਕਾਰੀ ਸੰਬੰਧੀ ਵੀ ਵਿਵਾਦ ਹੈ। 1529 ਆਹਾ ਬਿਕਰਮੀ ਸੰਮਤ ਰਾਏ, ਹੀਰ ਤੇ ਰਾਂਝਾ ਹੋਏ ਇਕੱਠੇ, ਝੇੜੇ ਰੱਬ ਚੁਕਾਏ। ਉਸ ਅਨੁਸਾਰ ਇਹ ਕਿੱਸਾ ਕਦੋਂ ਲਿਖਿਆ ਗਿਆ ਸੀਗਾ? 1529 ਸੰਮਤ ਅਰਥਾਤ 1439 ਹੈ ਜੀ, 1539 ਸੰਮਤ ਅਰਥਾਤ 1472 ਈਸਵੀ ਦੇ ਵਿੱਚ ਲਿਖਿਆ ਗਿਆ। ਤੇ ਜਦ ਕਿ ਕਿੱਸੇ ਦੇ ਵਿੱਚੋਂ ਜਗ੍ਹਾ ਜਗ੍ਹਾ ਤੇ ਅਕਬਰ ਔਰ ਉਹਦੇ ਰਾਜ ਦਾ ਜ਼ਿਕਰ ਵੀ ਕਰ ਰਿਹਾ ਹੈ। ਜਿਵੇਂ ਉਹਨੇ ਲਿਖਿਆ ਹੈ, ਬਾਦਸ਼ਾਹੀ ਜੋ ਅਕਬਰ ਸੰਧੀ, ਦਿਨ ਦਿਨ ਤੇਜ ਸਵਾਈ। ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇਸ ਬਾਰੇ ਆਪਣਾ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹੈ ਕਿ ਮੈਂ ਤਾਂ ਇਸ ਕਥਨ ਤੋਂ ਅੱਖੀਂ ਡਿੱਠਾ, ਕਿਹੜੇ ਕਥਨ ਤੋਂ? ਜਿਹੜਾ ਉਹਨੇ ਲਿਖਿਆ ਅੱਖੀਂ ਡਿੱਠਾ ਵਾਲੇ ਕਥਨ ਤੋਂ ਇਹ ਅਨੁਮਾਨ ਲਗਾ ਸਕਦਾ ਹੈ ਕਿ ਜੇ ਇਹ ਕਥਾ ਭਾਈ ਗੁਰਦਾਸ, ਗੁਰੂ ਅਰਜਨ ਦੇਵ ਜੀ ਜਾਂ ਅਕਬਰ ਦੇ ਸਮੇਂ ਤੱਕ ਇੰਨੀ ਹਰਮਨ ਪਿਆਰੀ ਹੋ ਗਈ ਹੋਵੇਗੀ ਕਿ ਪ੍ਰੀਤ ਦਾ ਆਦਰਸ਼ ਬਣ ਚੁੱਕੇ ਹੋਣਗੇ। ਉਹ ਕਹਿੰਦਾ ਵੀ ਹੋ ਸਕਦਾ ਹੈ ਕਿ ਜਿਹੜੀ ਇਹ ਕਹਾਣੀ ਹੈ ਇਹ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਔਰ ਅਕਬਰ ਦੇ ਟਾਈਮ ਤੱਕ ਇੰਨੀ ਹਰਮਨ ਪਿਆਰੀ ਹੋ ਗਈ ਹੋਗੀ ਕਿ ਪ੍ਰੀਤ ਦਾ ਆਦਰਸ਼ ਬਣ ਗਈ ਹੋਗੀ। ਪਹਿਲਾਂ ਤਾਂ ਇੱਕ ਕਹਾਣੀ ਪ੍ਰਚਲਿਤ ਹੋਗੀ, ਫਿਰ ਕਹਿੰਦੇ 100 ਕੁ ਸਾਲ ਪਿੱਛੋਂ ਝੰਗ ਵਿੱਚ ਹੀਰ ਦੀ ਅਧਿਆਤਮਕ ਵਡਿਆਈ ਮੰਨੀ ਜਾ ਚੁੱਕੀ ਹੋਵੇਗੀ। ਮਤਲਬ
ਉਹਦੀ ਇੱਕ ਵਡਿਆਈ ਜੀ ਮੰਨੀ ਜਾ ਚੁੱਕੀ, ਉਹਦੇ ਨਾਲ ਕਿੰਨੀਆਂ ਕਰਾਮਾਤਾਂ ਜੁੜ ਗਈਆਂ ਹੋਗੀਆਂ। ਤੇ ਫਿਰ ਹੋ ਸਕਦਾ ਕਿ ਜਿਹੜਾ ਉੱਥੇ ਰਹਿਣ ਵਾਲਾ ਹਟਵਾਣੀਆਂ ਹੈ ਦਮੋਦਰ, ਉਹਨੇ ਇਹਨੂੰ ਆਪਣੇ ਚੌਧਰੀਆਂ ਦੀ ਵਡਿਆਈ ਸਮਝਿਆ ਹੋਊਗਾ, ਫਿਰ ਉਹਨੂੰ ਕਵਿਤਾ ਦੇ ਵਿੱਚ ਪਰੋ ਦਿੱਤਾ ਹੋਊਗਾ। ਠੀਕ ਹੈ ਜੀ। ਤੇ ਬਾਬਾ ਬੁੱਧ ਸਿੰਘ ਉਸਨੂੰ ਇਸ ਦੋਸ਼ ਤੋਂ ਮੁਕਤ ਕਰ ਦਿੰਦੇ। ਬਾਬਾ ਬੁੱਧ ਸਿੰਘ ਹੈ ਜਿਹੜੇ, ਵੱਖ-ਵੱਖ ਵਿਦਵਾਨਾਂ ਨੇ ਉਹਦੇ ਬਾਰੇ ਇਹ ਸਾਰੇ ਆਪਣੇ ਆਪਣੇ ਵਿਚਾਰ ਦਿੱਤੇ ਸੀਗੇ, ਪਰ ਜਿਹੜੇ ਬਾਬਾ ਬੁੱਧ ਸਿੰਘ ਹੈ ਉਹ ਕੀ ਕਰਦੇ ਆ, ਦਮੋਦਰ ਨੂੰ ਇਸ ਦੋਸ਼ ਤੋਂ ਮੁਕਤ ਕਰ ਦਿੰਦੇ ਹੈ। ਉਹ ਕਹਿੰਦੇ ਕਿ ਹੋ ਸਕਦਾ ਹੈ ਕਿ ਜਦੋਂ ਕਿਸੇ ਦਾ ਉਤਾਰਾ ਕਰਦੇ ਹੋ ਤਾਂ ਉਹਦੀ ਗਲਤੀ ਹੋ ਗਈ ਲੱਗਦੀ ਹੈ, ਭੁਲੇਖੇ ਨਾਲ 1629 ਦੀ ਜਗ੍ਹਾ 1539 ਪੈ ਗਿਆ ਹੋਊਗਾ। ਠੀਕ ਹੈ ਜੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਮੋਦਰ ਦਾ ਇੱਕ ਕਿੱਸਾ ਜਾਂ ਤਾਂ ਅਕਬਰ ਰਾਜ ਦੇ ਅੰਤ ਵਿੱਚ ਜਾਂ ਜਹਾਂਗੀਰ ਦੇ ਮੁੱਢ ਵਿੱਚ ਲਿਖਿਆ ਹੋਊ। ਉਹ ਜਹਾਂਗੀਰ ਬਾਰੇ ਕੋਈ ਟਿੱਪਣੀ ਨਹੀਂ ਕਰਦਾ, ਪਰ ਅਕਬਰ ਦੇ ਰਾਜ ਦੀਆਂ ਸਿਫਤਾਂ ਕਰਦਾ। ਡਾਕਟਰ ਕੁਲਵੀਰ ਸਿੰਘ ਕਾਂਗ ਅਨੁਸਾਰ ਇਸ ਕਿੱਸੇ ਨੂੰ ਉਸਨੇ 1605 ਤੋਂ ਥੋੜਾ ਚਿਰ ਬਾਅਦ ਮੁਕਾਇਆ ਹੈ। ਦਮੋਦਰ ਇੱਕ ਅਜਿਹਾ ਕਿੱਸਾਕਾਰ ਹੈ ਜਿਹਨੇ ਆਪਣੇ ਕਿੱਸੇ ਰਾਹੀਂ ਪੰਜਾਬੀ ਦੇ ਕਿੱਸਾਕਾਰਾਂ ਨੂੰ ਕਹਾਣੀ ਕਹਿਣ ਦਾ ਹੁਨਰ, ਕਹਾਣੀ ਕਹਿਣ ਦੇ ਹੁਨਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਠੀਕ ਹੈ ਜੀ। ਉਹ ਕਹਾਣੀ ਕਹਿਣ ਦਾ ਹੁਨਰ ਜਾਣਦਾ ਹੈ। ਠੀਕ ਹੈ। ਜਿਹੜੀ ਹੀਰ ਰਾਂਝੇ ਦੀ ਕਹਾਣੀਆਂ ਨੇ ਕਿੰਨੀਆਂ ਸਤਰਾਂ ਦੇ ਵਿੱਚ ਪੂਰੀ ਕੀਤੀ ਹੈ? ਲਗਭਗ 1000 ਸਤਰਾਂ। ਸ਼ੈਲੀ ਕਿਹੜੀ ਹੈ ਜੀ? ਕਿਹੜੀ ਸ਼ੈਲੀ ਦਾ ਜਨਮਦਾਤਾ? ਉਹ ਸੂਤਰਿਕ ਸ਼ੈਲੀ ਦਾ। ਜਿਹੜਾ ਵੀ ਮਤਲਬ ਫਾਲਤੂ ਦਾ ਵਿਸਤਾਰ ਹੈ ਉਹਦੇ ਵਿੱਚ ਪੈਣ ਤੋਂ ਗੁਰੇਜ਼ ਕਰਦਾ ਹੈ। ਠੀਕ ਹੈ। ਤੇ ਕਿੱਸੇ ਦੇ ਵਿੱਚ ਗਲਪੀ, ਕਥਾਤਮਕ ਤੇ ਨਾਟਕੀ ਤੱਤ ਹੈ। ਇਹਨਾਂ ਨਾਲ ਭਰਪੂਰ ਹੈ ਕਿੱਸਾ, ਗਲਪੀ, ਕਥਾਤਮਕ ਤੇ ਨਾਟਕੀ ਤੱਤਾਂ। ਅੱਗੇ ਜੀ ਮੌਲਾ ਬਖਸ਼ ਕੁਸ਼ਤਾ। ਮੌਲਾ ਬਖਸ਼ ਕੁਸ਼ਤਾ ਦਾ ਵਿਚਾਰ ਕੀ ਹੈ ਕਿ ਹੀਰ ਰਾਂਝੇ ਦੀ ਕਥਾ ਬਹਿਲੋਲ ਲੋਧੀ ਦੇ ਰਾਜਕਾਲ ਸਮੇਂ ਵਾਪਰੀ ਹੋਊਗੀ। ਉਹ ਲਿਖਦਾ ਹੈ, ਤਾਰੀਖ ਝੰਗ ਸਿਆਲ ਵਿੱਚ ਹੀਰ ਦੇ ਮਰਨ ਦਾ ਸਾਲ 1452 ਈਸਵੀ ਹੈ। ਠੀਕ ਹੈ ਜੀ। ਇਹਨਾਂ ਨੇ ਆਪਣੇ ਵਿਚਾਰ ਦਿੱਤੇ ਹੈ ਮੌਲਾ ਬਖਸ਼ ਕੁਸ਼ਤਾ ਜੀ ਨੇ। ਉਹ ਕੀ ਕਹਿੰਦੇ, ਜਿਹੜਾ ਹੀਰ ਰਾਂਝੇ ਦੀ ਕਥਾ ਹੈ ਉਹ ਬਹਿਲੋਲ ਲੋਧੀ ਦੇ ਰਾਜਕਾਲ ਸਮੇਂ ਵਾਪਰੀ ਹੋਗੀ, ਕਿਉਂਕਿ ਤਾਰੀਖ ਝੰਗ ਸਿਆਲ ਵਿੱਚ ਹੀਰ ਦੇ ਮਰਨ ਦਾ ਟਾਈਮ ਕਿੰਨਾ ਦਿੱਤਾ ਹੋਇਆ ਹੈ ਜੀ? 1452। ਇਸ ਪੁਸਤਕ ਵਿੱਚ ਹੀਰ ਤੇ ਰਾਂਝੇ ਦਾ ਮਿਲਾਪ 1529 ਵਿਕਰਮੀ ਲਿਖਿਆ ਹੋਇਆ ਹੈ। ਇਹ ਹੀਰ ਦਮੋਦਰ ਦੇ ਲਿਖਣ ਦਾ ਸਾਲ ਨਹੀਂ, ਬਲਕਿ ਕਿਹੜਾ ਸਾਲ ਹੈ? ਜਦੋਂ ਰਾਂਝੇ ਨੂੰ ਕੋਟ ਕਬੂਲੇ ਦੇ ਅਦਲੀ ਰਾਜੇ ਦੇ ਪਾਸੋਂ ਹੀਰ ਮਿਲੀ ਸੀ। ਠੀਕ ਹੈ ਜੀ। ਉਹ ਕਹਿੰਦਾ ਜਿਹੜਾ ਇਹਦੇ 'ਚ ਟਾਈਮ ਲਿਖਿਆ ਹੋਇਆ ਹੈ ਉਹ ਹੀਰ ਦਾ ਕਿੱਸਾ ਲਿਖਣ ਦਾ ਟਾਈਮ ਨਹੀਂ ਹੈਗਾ, ਸਗੋਂ ਉਹ ਟਾਈਮ ਹੈ ਜਦੋਂ ਰਾਂਝੇ ਨੂੰ ਹੀਰ ਮਿਲੀ ਸੀਗੀ ਅਦਲੀ ਰਾਜੇ ਕੋਲ। ਤੇ ਇੱਕ ਹੋਰ ਵਿਦਵਾਨ ਹੈ ਪੰਡਿਤ ਚੰਦਰਕਾਂਤ ਵਾਲੀ। ਉਹ ਕੀ ਕਹਿੰਦਾ ਹੈ ਕਿ ਦਮੋਦਰ ਦੁਆਰਾ ਦਿੱਤਾ ਗਿਆ 1529 ਸੰਮਤ ਅਸਲ ਵਿੱਚ ਕੀ ਹੈ? ਸਾਲੀਬਾਨ ਵਿਕਰਮੀ ਸ਼ਕ ਸੰਮਤ ਹੈ। ਜੇਕਰ ਇਹਦੇ ਵਿੱਚ 90 ਹੋਰ ਜੋੜ ਦਿੱਤੇ ਜਾਣ ਤਾਂ ਸੰਮਤ 1619 ਵਿਕਰਮੀ ਬਣ ਜਾਂਦਾ ਹੈ। ਠੀਕ ਹੈ ਜੀ। ਇਸ ਤਰ੍ਹਾਂ ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਆਪਣੇ ਆਪਣੇ ਵਿਚਾਰ ਨੇ। ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤੇ ਨਾਲ ਦੀ ਨਾਲ ਇਸ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਦਮੋਦਰ ਨੇ ਕੇਵਲ ਇੱਕ ਹੀ ਕਿੱਸਾ, ਹੁਣ ਦੇਖੋ ਜੀ ਬਾਕੀ ਜਿਹੜੇ ਕਿੱਸਾਕਾਰ ਹੈ ਉਹਨਾਂ ਨੇ ਹੋਰ ਵੀ ਕਿੱਸੇ ਨਾਲ ਨਾਲ ਲਿਖੇ ਹੋਏ ਹੈ। ਇੱਕ ਪੀਲੂ ਔਰ ਇੱਕ ਦਮੋਦਰ, ਇਹ ਦੋ ਅਜਿਹੇ ਕਿੱਸਾਕਾਰ ਹੈ ਜਿਨ੍ਹਾਂ ਨੇ ਸਿਰਫ ਇੱਕ ਹੀ ਕਿੱਸਾ ਲਿਖਿਆ ਹੈ। ਠੀਕ ਹੈ। ਪੀਲੂ ਨੇ ਕਿਹੜਾ ਲਿਖਿਆ ਸੀਗਾ? ਮਿਰਜ਼ਾ ਸਾਹਿਬਾ। ਤੇ ਦਮੋਦਰ ਨੇ ਲਿਖਿਆ ਹੈ ਕਿੱਸਾ ਹੀ। ਇਸ ਉੱਤੇ ਇਰਾਨੀ ਮਸਨਵੀ ਦਾ ਪ੍ਰਭਾਵ ਹੈ ਜਿਹੜਾ ਉਹ ਬਹੁਤ ਹੀ ਘੱਟ ਪਿਆ ਹੋਇਆ ਹੈ। ਤੇ ਦਮੋਦਰ ਦੀ ਜਿਹੜੀ ਹੀਰ ਹੈ ਉਹ ਪ੍ਰਸ਼ਨੋਤਰੀ ਢੰਗ ਦੀ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਦਮੋਦਰ ਕੀ ਕਰਦਾ ਹੈ? ਭਾਰਤੀ ਪਰੰਪਰਾ ਦਾ ਪਾਲਣ ਕਰਦਾ ਹੈ। ਠੀਕ ਹੈ। ਇਹਦੀ ਜਿਹੜੀ ਬਣਤਰ ਦਾ ਢੰਗ ਹੈ ਪਹਿਲਾਂ ਬ੍ਰਜ ਭਾਸ਼ਾ ਦੇ ਵਿੱਚ ਮੌਜੂਦ ਸੀਗਾ। ਠੀਕ ਹੈ ਜੀ। ਤੇ ਬਾਬਾ ਬੁੱਧ ਸਿੰਘ ਅਨੁਸਾਰ ਜਿਹੜੀ ਹੀਰ ਹੈ ਇਹਦੇ ਕੁੱਲ ਕਿੰਨੇ 990 ਬਣਦੇ। ਠੀਕ ਹੈ ਜੀ। ਪਰ ਗੰਗਾ ਸਿੰਘ ਬੇਦੀ ਦੀ ਜੇ ਮੰਨੀਏ, ਉਹਨਾਂ ਨੇ ਜਿਹੜੀ ਸੰਪਾਦਿਤ ਕੀਤੀ ਹੈ ਹੀਰ ਦਮੋਦਰ, ਜਿਹੜੇ ਉਹਨਾਂ ਨੂੰ ਖਰੜੇ ਮਿਲੇ ਸੀਗੇ 2 ਹੱਥ ਲਿਖਤ, ਉਹਦੇ ਵਿੱਚ ਉਹਨਾਂ ਨੇ 900
961 ਉਹ ਮੰਨਦੇ ਨੇ। ਇਹਦੇ ਵਿੱਚ ਉਹ ਕੀ ਕਹਿੰਦੇ ਨੇ ਕਿ 961 ਬੰਦ ਹੈ ਜਿਹੜੀ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਬੁੱਕ ਹੈ, ਉਹਦੇ ਵਿੱਚ ਸਾਨੂੰ 961 ਬੰਦ ਮਿਲਦੇ ਆ ਹੀ ਦਮੋਦਰ। ਠੀਕ ਹੈ ਜੀ। ਤੇ ਅੱਗੇ ਹੈ ਜੀ ਹੀਰ ਦਮੋਦਰ ਪਹਿਲਾ ਪੰਜਾਬੀ ਕਿੱਸਾ ਹੈ। ਠੀਕ ਹੈ, ਇਹ ਸਭ ਤੋਂ ਵੱਧ ਇੰਪੋਰਟੈਂਟ ਗੱਲ ਹੈ। ਜੇ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਸਭ ਤੋਂ ਪਹਿਲਾ ਪੰਜਾਬੀ ਕਿੱਸਾ ਕਿਹੜਾ ਹੈ, ਉਹ ਕਿਹੜਾ ਹੈ ਜੀ ਹੀਰ ਦਮੋਦਰ ਦਾ। ਔਰ ਇਹਦੇ ਵਿੱਚ ਇੱਕ ਹੋਰ ਖਾਸੀਅਤ ਕੀ ਹੈ ਕਿ ਇਹਨਾਂ ਨੇ ਸਮਕਾਲੀ ਸਮਾਜ ਦਾ ਚਿੱਤਰਣ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਹੁਣ ਪੀਲੂ ਦੀ ਗੱਲ ਕੀ ਸੀਗੀ ਕਿ ਉਸ ਟਾਈਮ ਦੇ ਸਮਾਜ ਦਾ ਚਿੱਤਰਣ ਨਹੀਂ ਕਰ ਸਕਿਆ ਸੀਗਾ ਉਹ ਆਪਣੇ ਕਿੱਸੇ ਦੇ ਵਿੱਚ, ਪਰ ਜਿਹੜਾ ਦਮੋਦਰ ਹੈ ਇਹਦੀ ਇੱਕ ਖਾਸੀਅਤ ਹੈ, ਇਹਨੇ ਆਪਣੇ ਕਿੱਸੇ ਦੇ ਵਿੱਚ ਸਮਕਾਲੀ ਸਮਾਜ ਦਾ ਚਿੱਤਰਣ ਹੈ ਜਿਹੜਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੀਤਾ ਹੈ। ਇਹਨੇ ਇਹਦੇ ਵਿੱਚ ਜਿੰਨੀਆਂ ਵੀ ਜਨਮ ਦੀ, ਮੰਗਣੀ ਦੀ, ਵਿਆਹ ਦੀ, ਇਹ ਸਾਰੀਆਂ ਰਸਮਾਂ ਦਾ ਇਹਨੇ ਕੀ ਕੀਤਾ ਹੈ, ਵਿਸਤਾਰ ਨਾਲ ਵਰਣਨ ਕੀਤਾ ਹੋਇਆ ਹੈ। ਦਮੋਦਰ ਅਨੁਸਾਰ ਉਹਨੇ ਕੀ ਕੀਤਾ ਹੈ, ਜਿਹੜੇ ਉਸ ਸਮੇਂ ਦੇ ਜਿਹੜੇ ਸਮਾਜ ਸੀਗੇ, ਜਾਤ ਸੀਗੇ, ਗੋਤਾਂ ਸੀਗੀਆਂ, ਕਿੱਤੇ ਸੀਗੇ, ਪੇਸ਼ੇ ਸੀਗੇ ਲੋਕਾਂ ਦੇ, ਜ਼ਿਮੀਂਦਾਰ ਹੋ ਗਏ, ਕਾਮੇ ਹੋ ਗਏ, ਇਹ ਸਾਰਿਆਂ ਦਾ ਉਹਨੇ ਵਰਣਨ ਕੀਤਾ ਹੈ ਕਿ ਜਿਹੜਾ ਸਮਾਜ ਹੈ ਇਹਨਾਂ ਸਾਰਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ ਜਾਤਾਂ 'ਚ, ਗੋਤਾਂ 'ਚ, ਕਿੱਤੇ, ਪੇਸ਼ਾਵਰ, ਪੇਸ਼ੇ ਸੀਗੇ ਲੋਕਾਂ ਦੇ, ਜ਼ਿਮੀਂਦਾਰਾਂ ਦੇ, ਕਾਮਿਆਂ ਦੇ ਵਿੱਚ। ਠੀਕ ਹੈ ਜੀ। ਪੰਜਾਬ ਦੇ ਹਿੰਦੂ ਮੁਸਲਿਮ ਸੁਮੇਲ ਦੇ ਵਾਤਾਵਰਣ ਦੀ ਪੇਸ਼ਕਾਰੀ, ਮਤਲਬ ਇਹਦੇ ਵਿੱਚ ਕਿਹੋ ਜਿਹਾ ਵਾਤਾਵਰਣ ਹੈ, ਹਿੰਦੂ ਔਰ ਮੁਸਲਿਮ ਸੁਮੇਲ ਦਾ ਵਾਤਾਵਰਣ, ਇਹਦਾ ਇੱਕ ਪ੍ਰਮੁੱਖ ਲੱਛਣ ਹੈ ਇਸ ਰਚਨਾ ਦਾ, ਹਿੰਦੂ ਔਰ ਮੁਸਲਿਮ ਸੁਮੇਲ ਦਾ ਵਾਤਾਵਰਣ। ਨਵੇਂ ਬਣੇ ਮੁਸਲਮਾਨ ਆਪਣੇ ਹਿੰਦੂ ਸੱਭਿਆਚਾਰ ਦੀਆਂ ਰੀਤਾਂ ਨਿਭਾਉਂਦੇ ਦਿਖਾਏ ਗਏ ਹਨ। ਮਤਲਬ ਮੁਸਲਮਾਨ ਲੋਕ ਕੱਟੜ ਮੁਸਲਮਾਨ ਨਹੀਂ ਸੀਗੇ ਉਸ ਟਾਈਮ ਦੇ, ਉਹ ਕੀ ਕਰਦੇ ਸੀਗੇ, ਹਿੰਦੂ ਸੱਭਿਆਚਾਰ ਦੀਆਂ ਰੀਤਾਂ ਨੂੰ ਵੀ ਨਿਭਾਉਂਦੇ ਹੋਏ ਦਿਖਾਈ ਗਏ। ਵਿਆਹ ਸ਼ਾਦੀ ਦੀਆਂ ਰਸਮਾਂ ਸਮੇਂ ਕਾਜੀ ਦੇ ਨਾਲ ਨਾਲ ਬਾਹਮਣ, ਜਿਹੜਾ ਬਾਹਮਣ ਹੁੰਦਾ ਹੈ ਉਹਨੂੰ ਵੀ ਬਰਾਬਰ ਸਨਮਾਨ ਦਿੱਤਾ ਜਾਂਦਾ ਸੀਗਾ, ਇੱਕ ਸਮਾਨ ਮਹੱਤਵ ਦਿੱਤਾ ਜਾਂਦਾ ਸੀਗਾ ਦੋਨਾਂ ਨੂੰ। ਠੀਕ ਹੈ ਜੀ। ਦਮੋਦਰ ਨੇ ਆਪਣੇ ਕਿੱਸੇ ਦਾ ਆਰੰਭ ਹੈ ਜਿਹੜਾ ਉਹ ਮੰਗਲਾਚਰਨ ਨਾਲ ਕੀਤਾ ਹੈ, ਔਰ ਇਹ ਜਿਹੜਾ ਮੰਗਲਾਚਰਨ ਹੈ ਉਹ ਵੀ ਉਸ ਸਾਹਿਬ ਦਾ ਹੈ ਜਿਹੜਾ ਕਿ ਹਿੰਦੂ ਔਰ ਮੁਸਲਮਾਨਾਂ ਦੇ ਸਾਂਝੇ ਰਾਮ। ਠੀਕ ਹੈ ਜੀ। ਸਾਹਿਬ ਤੋਂ ਇੱਥੇ ਭਾਵ ਕੀ ਹੈ, ਹਿੰਦੂ ਔਰ ਮੁਸਲਮਾਨਾਂ ਦਾ ਸਾਂਝਾ ਰਾਮ। ਤੇ ਇੱਥੋਂ ਹੁਣ ਪਤਾ ਲੱਗਦਾ ਹੈ ਕਿ ਉਸ ਟਾਈਮ ਦੇ ਵਿੱਚ ਜਿਹੜੇ ਹਿੰਦੂ ਔਰ ਮੁਸਲਮਾਨ ਹੈ ਉਹ ਦੋਨੋਂ ਹੀ ਮਿਲ ਕੇ ਰਹਿੰਦੇ ਸੀਗੇ, ਇੱਕ ਦੂਜੇ ਦੀਆਂ ਸੱਭਿਆਚਾਰ ਸੰਸਕ੍ਰਿਤੀ ਨੂੰ ਅਪਣਾਉਂਦੇ ਸੀਗੇ। ਠੀਕ ਹੈ ਜੀ। ਇਸ ਤੋਂ ਪਿੱਛੋਂ ਪੀਰ ਦੇ ਜਨਮ ਅਤੇ ਪ੍ਰੇਮ ਕਰਨ ਦੇ ਪ੍ਰਸੰਗ ਨੂੰ, ਹੀਰ ਆਣਾ ਜੀ, ਇਸ ਤੋਂ ਪਿੱਛੋਂ ਕੀ ਹੈ, ਹੀਰ ਦਾ ਜਿਹੜਾ ਜਨਮ ਹੈ ਔਰ ਪ੍ਰੇਮ ਕਰਨ ਦਾ ਪ੍ਰਸੰਗ ਹੈ ਉਹਨੂੰ ਵੀ ਬੜੇ ਸੰਖੇਪ ਪਰ ਵੇਗਮਈ ਢੰਗ ਨਾਲ ਬਿਆਨ ਕੀਤਾ ਹੈ। ਜਿਵੇਂ ਕਿ ਲਿਖਦਾ ਹੈ ਦਮੋਦਰ, 2 ਵਰਿਆਂ ਦੀ ਸ਼ੋਹਰ ਹੋਈ, ਢੁੱਕ ਰਹੀਆਂ ਕੁੜਮਾਈਆਂ, 4 ਵਰਿਆਂ ਦੀ ਸ਼ੋਹਰ, ਜੀ ਇੱਥੇ ਮਿਸਪ੍ਰਿੰਟ ਹੋ ਗਿਆ ਹੈ, ਸ਼ਹਿਰ ਦੀ ਜਗ੍ਹਾ ਸ਼ੋਹਰ ਆਊਗਾ। 4 ਵਰਿਆਂ ਦੀ ਸ਼ੋਹਰ ਹੋਈ, ਗੱਲਾਂ ਕਰੇ ਸਚਿਆਰੀਆਂ, 6 ਵਰਿਆਂ ਦੀ ਸ਼ੋਹਰ ਹੋਈ ਤਾਂ ਦਰ ਦਰ ਕੂਕਾਂ ਪਾਈਆਂ, 10 ਵਰਿਆਂ ਦੀ ਸ਼ੋਹਰ ਹੋਈ ਤਾਂ ਚਾਰੇ ਰਾਹੀਂ ਨਿਭਾਈਆਂ, 12 ਵਰਿਆਂ ਦੀ ਸ਼ੋਹਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ। ਇਸ ਤਰ੍ਹਾਂ ਦਮੋਦਰ ਨੇ ਹੀਰ ਦੇ ਬਾਰੇ ਜਿਹੜਾ ਆਪਣਾ ਬਿਆਨ ਕੀਤਾ ਹੈ। ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਮਨੋਵਿਗਿਆਨਿਕ ਢੰਗ ਦੇ ਨਾਲ, ਕਿਹੜੇ ਢੰਗ ਨਾਲ ਪੇਸ਼ ਕੀਤਾ ਨੇ, ਮਨੋਵਿਗਿਆਨਿਕ ਢੰਗ ਦੇ ਨਾਲ ਪੇਸ਼ ਕੀਤਾ ਹੈ। ਤੇ ਉਸ ਤੋਂ ਬਾਅਦ ਦੱਸ ਰਿਹਾ ਹੈ ਦਮੋਦਰ ਇਹਦੇ ਵਿੱਚ ਕਿ ਜਿਹੜਾ ਸ਼ੁਰੂ ਦੇ ਵਿੱਚ ਜਿਹੜਾ ਰਾਂਝਾ ਹੈ ਉਹਨੂੰ ਆਪਣੇ ਭਰਾਵਾਂ ਵੱਲੋਂ ਹੋਏ ਦੁਰਵਿਹਾਰ ਤੋਂ ਪਿੱਛੋਂ, ਜਦੋਂ ਚਨਾਹ ਦੇ ਕੰਢੇ ਦੇ ਬਣ ਉਹਦੇ ਭਰਾ ਜਿਹੜੇ ਹੈ ਉਹਦੇ ਨਾਲ ਈਰਖਾ ਕਰਦੇ ਹੁੰਦੇ ਹੈ ਤੇ ਉਹ ਇਸ ਗੱਲ ਤੋਂ ਦੁਖੀ ਹੋ ਕੇ, ਉਹਨਾਂ ਦੇ ਦੁਰਵਿਵਹਾਰ ਤੋਂ ਦੁਖੀ ਹੋ ਕੇ ਉਹ ਕੀ ਕਰਦਾ ਹੈ, ਚਨਾਹ ਦੇ ਕੰਢੇ ਤੇ ਪਹੁੰਚ ਜਾਂਦਾ ਹੈ। ਜਦੋਂ ਦਰਿਆ ਦੇ ਵਿੱਚ ਹੀਰ ਦੀ ਸਜੀ ਸਜਾਈ ਕਿਸ਼ਤੀ ਦੇ ਉੱਪਰ ਜਿਹੜੀ ਹੀਰ ਦੀ ਸੇਜ ਲੱਗੀ ਹੁੰਦੀ ਹੈ ਉੱਤੇ ਚੜ੍ਹ ਕੇ ਸੋ ਜਾਂਦਾ। ਜਦੋਂ ਹੀਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਰਾਂਝੇ ਨੂੰ ਮਾਰਨ ਵਾਸਤੇ ਆਪਣੀ ਸਹੇਲੀਆਂ ਦੇ ਨਾਲ ਆਉਂਦੀ ਹੈ। ਰੌਲਾ ਸੁਣ ਕੇ ਰਾਂਝੇ ਦੀ ਜਾਗ ਖੁੱਲ ਜਾਂਦੀ ਹੈ ਤੇ ਆਪਣੀ ਵੰਝਲੀ ਵਜਾਉਣ ਲੱਗਦਾ ਹੈ। ਵੰਝਲੀ ਦੀ ਧੁਨ ਸੁਣ ਕੇ ਹੀਰ ਤੇ ਹੀਰ ਦੀਆਂ ਸਹੇਲੀਆਂ ਹੈ ਜਿਹੜੀਆਂ ਉਹ ਰਾਂਝੇ ਤੇ ਮੋਹਿਤ ਹੋ ਜਾਂਦੀਆਂ। ਤੇ
ਉਸ ਤੋਂ ਬਾਅਦ ਅੱਗੇ ਹੈ ਜੀ ਦਮੋਦਰ ਅਨੁਸਾਰ ਤਾਂ ਚੋਰੀ ਵੇਖੇ ਹੀ ਮੂੰਹੋਂ ਨਾ ਕੁਝ ਇਲਾਏ, ਧਰਤੀ ਉੱਤੇ ਲੀਕਾਂ ਖੱਟੇ, ਆਖ ਨਾ ਮੂੰਹੇ ਸੁਣਾਏ। ਹੀਰ ਦੇ ਰਾਂਝੇ ਪ੍ਰਤੀ ਪ੍ਰੇਮ ਨੂੰ ਦਮੋਦਰ ਨੇ ਕਿਹੜੇ ਢੰਗ ਨਾਲ ਵਿਅਕਤ ਕੀਤਾ ਹੈ ਜੀ? ਸੂਫੀਆਨਾ ਅੰਦਾਜ਼ ਦੇ ਵਿੱਚ ਉਹਨੇ ਵਿਅਕਤ ਕੀਤਾ ਹੈ। ਦਮੋਦਰ ਅਨੁਸਾਰ ਜਿਹੜੀ ਹੀਰ ਹੈ ਉਹ ਇਸ਼ਕ ਦੇ ਵਿੱਚ ਪੂਰੀ ਤਰ੍ਹਾਂ, ਜਦੋਂ ਰਾਂਝੇ ਨੂੰ ਪਹਿਲੀ ਵਾਰ ਦੇਖਦੀ ਹੈ ਤਾਂ ਉਹਦੇ ਇਸ਼ਕ ਦੇ ਵਿੱਚ ਪੂਰੀ ਤਰ੍ਹਾਂ ਬੇਸੁੱਧ ਤੇ ਬੇਖੁਦ ਹੋ ਜਾਂਦੀ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਕੀ ਹੈ ਜੀ, ਪ੍ਰੇਮ ਦਾ ਭਾਵ ਉਸਨੂੰ ਰਾਂਝੇ ਨਾਲ ਇਸ ਕਦਰ ਜੋੜ ਦਿੰਦਾ ਹੈ ਕਿ ਉਹ ਰਿਸ਼ਤੇ ਨਾਤਿਆਂ ਤੇ ਸਾਕ ਸੰਬੰਧਾਂ ਤੋਂ ਪੂਰੀ ਤਰ੍ਹਾਂ ਅਜਨਬੀ ਹੋ ਜਾਂਦੀ ਹੈ। ਉਹਦੇ ਲਈ ਆਪਣੇ ਮਾਂ ਪਿਓ ਸਭ ਕੀ ਹੈ ਇੱਕ ਤਰ੍ਹਾਂ ਅਜਨਬੀ ਹੋ ਜਾਂਦੀ ਹੈ, ਭਰਾ ਵਗੈਰਾ ਸਾਰੇ, ਤੇ ਉਹ ਰਾਂਝੇ ਦੇ ਨਾਲ ਹੀ ਆਪਣੇ ਪ੍ਰੇਮ ਦੇ ਵਿੱਚ ਜੁੜ ਜਾਂਦੀ ਹੈ। ਤੇ ਦਮੋਦਰ ਅਨੁਸਾਰ ਜਿਹੜੀ ਹੀਰ ਹੈ ਉਹ ਇੱਕ ਸੂਰਬੀਰ ਤੇ ਸੁਦ੍ਰਿੜ ਨਾਰੀ ਹੈ। ਉਹਨੂੰ ਕਿਸ ਰੂਪ ਵਿੱਚ ਪੇਸ਼ ਕਰਦਾ? ਉਹ ਇੱਕ ਸੂਰਬੀਰ ਤੇ ਸੁਦ੍ਰਿੜ ਨਾਰੀ ਦੇ ਰੂਪ ਵਿੱਚ। ਜਦੋਂ ਉਹਦੀ ਨੂਰੇ ਚੰਦਰ ਨਾਲ ਲੜਾਈ ਹੁੰਦੀ ਹੈ ਤਾਂ ਨੂਰੇ ਤੇ ਤਲਵਾਰ ਦਾ ਵਾਰ ਇੰਨੀ ਕੁਸ਼ਲਤਾ ਨਾਲ ਕਰਦੀ ਹੈ ਕਿ ਉਹਦਾ ਜਿਹੜਾ ਧੜ ਹੈ ਉਹਨੂੰ ਅਲੱਗ ਕਰ ਦਿੰਦੀ ਉਹਦੇ ਸਰੀਰ ਨਾਲ। ਇਸੇ ਤਰ੍ਹਾਂ ਜਦੋਂ ਜਿਹੜਾ ਚਾਚਾ ਉਹਦਾ ਕੈਦੋਂ ਹੈ ਉਹ ਉਹਦੀ ਮਤਲਬ ਸ਼ਿਕਾਇਤ ਕਰਦਾ ਹੈ ਕਿ ਰਾਂਝੇ ਨੂੰ ਚੂਰੀ ਲੈ ਕੇ ਜਾਂਦੀ ਹੈ, ਚੂਰੀ ਸਬੂਤ ਵਜੋਂ ਦਿਖਾਉਂਦਾ ਹੈ, ਤਦ ਉਹਦੀ ਵੀ ਖੂਬ ਭੁਗਤ ਸਵਾਰ। ਪਰ ਇਹਨਾਂ ਪ੍ਰਸੰਗਾਂ ਵਿੱਚ ਜਿਹੜਾ ਦਮੋਦਰ ਦਾ ਜਿਹੜਾ ਬਿਆਨ ਹੈ, ਜਦੋਂ ਹੀਰ ਦੀ ਸੂਰਬੀਰਤਾ ਬਾਰੇ ਦੱਸਦਾ ਤਾਂ ਇਹ ਜਿਹੜਾ ਬਿਆਨ ਹੈ ਵੀਰ ਰਸੀ ਹੈ। ਉਂਝ ਜਿਹੜੀ ਇਹ ਰਚਨਾ ਹੈ ਇਹਦੇ ਵਿੱਚ ਸ਼ਿੰਗਾਰ ਰਸ, ਕਰੁਣਾ ਰਸ ਤੇ ਅਦਭੁਤ ਰਸ, ਹਾਸ ਰਸ, ਇਹ ਬੜਾ ਹੀ ਇਹਨਾਂ ਦਾ ਪ੍ਰਭਾਵਸ਼ਾਲੀ ਸੰਯੋਜਨ ਕੀਤਾ ਹੋਇਆ। ਇੱਕ ਗੱਲ ਹੋਰ ਹੈ ਜੀ, ਬਾਕੀ ਜਿੰਨੇ ਵੀ ਕਿੱਸੇ ਇਹਨਾਂ ਦਾ ਅੰਤ ਜ਼ਿਆਦਾਤਰ ਦੁਖਾਂਤਕ ਹੀ ਮਿਲਦਾ ਹੈ, ਪਰ ਇਹ ਜਿਹੜਾ ਦਮੋਦਰ ਦਾ ਕਿੱਸਾ ਹੈ ਇਹਦਾ ਅੰਤ ਕੀ ਹੈ? ਸੁਖਾਂਤਕ ਕੀਤਾ ਹੈ ਦਮੋਦਰ ਨੇ। ਜਿਹੜੀ ਹੀਰ ਹੈ ਉਹਦਾ ਅੰਤ ਕੀ ਕੀਤਾ ਹੈ? ਸੁਖਾਂਤਕ ਕੀਤਾ ਹੈ। ਠੀਕ ਹੈ ਜੀ। ਉਸ ਤੋਂ ਪਿੱਛੋਂ ਜਿੰਨੇ ਵੀ ਕਵੀਆਂ ਨੇ ਲਿਖੀ ਹੈ ਉਹਨਾਂ ਨੇ ਕੀ ਕੀਤੀ ਹੈ? ਦੁਖਾਂਤਕ ਹੀਰ ਹੀ ਲਿਖੀ ਹੈ। ਉਹਦੇ ਵਿੱਚ ਜਿਹੜੀ ਹੀਰ ਦਾ ਅੰਤ ਹੈ ਸਾਰਿਆਂ ਨੇ ਦੁਖਾਂਤਕ ਕੀਤਾ। ਦਮੋਦਰ ਦੇ ਇਸ ਨਿਰਣੇ ਦੇ ਕਈ ਆਲੋਚਕ ਉਸਨੂੰ ਭਾਰਤੀ ਮਾਨਸਿਕਤਾ ਨਾਲ ਜੋੜਦੇ ਹੈ, ਕਿਉਂਕਿ ਜਿਹੜੀ ਭਾਰਤੀ ਪ੍ਰੇਮ ਆਖਿਆਨਾਂ ਵਿੱਚ ਹੈ ਜਿਹੜਾ ਸੁਖਾਂਤ ਪਰੰਪਰਾ ਉਹਦੇ ਵਿੱਚ ਹੀ ਹੁੰਦਾ ਹੈ ਕਿ ਜਿਹੜਾ ਅੰਤ ਹੈ ਭਾਰਤੀ ਪਰੰਪਰਾ ਉਹਦੇ ਵਿੱਚ ਕੀ ਹੁੰਦਾ ਹੈ? ਸੁਖਾਂਤ ਅੰਤ ਹੁੰਦਾ ਹੈ। ਸੋ ਦਮੋਦਰ ਨੇ ਵੀ ਐਵੇਂ ਕੀਤਾ, ਇਸ ਕਰਕੇ ਜਿਹੜੇ ਆਲੋਚਕ ਹੈ ਉਹਨੂੰ ਕਿਹਦੇ ਨਾਲ ਜੋੜਦੇ ਆ? ਭਾਰਤੀ ਮਾਨਸਿਕਤਾ ਨਾਲ। ਉਸ ਤੋਂ ਬਾਅਦ ਕੀ ਹੈ, ਹੀਰ ਕਾਵਿ ਦੀ ਸਿਰਜਣਾ ਮੁਸਲਮਾਨ ਕਵੀਆਂ ਨੇ ਕੀਤੀ, ਤੇ ਜਿਹੜੇ ਮੁਸਲਮਾਨ ਕਵੀ ਹੈ ਉਹ ਇਸਲਾਮ ਦੇ ਵਿੱਚ ਕੀ ਹੁੰਦਾ ਹੈ? ਦੁਖਾਂਤ ਪਰੰਪਰਾ ਨੂੰ ਵਧੇਰੇ ਮਕਬੂਲ ਕੀਤਾ ਜਾਂਦਾ। ਪਰ ਦਮੋਦਰ ਇੰਨਾ ਜ਼ਰੂਰ ਕੀ ਕਰਦਾ ਹੈ, ਉਹ ਦੋਵੇਂ ਪਾਤਰਾਂ ਨੂੰ ਆਪਣੇ ਸਾਕ ਐਂਡ ਦੇ ਵਿੱਚ ਕੀ ਕਰਦਾ ਹੈ? ਦੋਨੇ ਪਾਤਰਾਂ ਨੂੰ ਆਪਣੇ ਸਾਕ ਸੰਬੰਧੀਆਂ ਵਿੱਚ ਭੇਜਣ ਦੀ ਥਾਂ ਕੀ ਕਰਦਾ ਹੈ? ਮੱਕੇ ਦੀ ਦਿਸ਼ਾ ਵੱਲ ਭੇਜ ਦਿੰਦਾ ਹੈ, ਜਿੱਥੇ ਉਹਨੂੰ ਕੋਈ ਨਹੀਂ ਪਤਾ ਕਿ ਇਹ ਪਾਤਰ ਕਿੰਨਾ ਟਾਈਮ ਜਿਉਂਦੇ ਰਹੇ ਹੈ, ਕਦੋਂ ਇਹ ਮਰਦੇ ਹੈ ਤੇ ਕਿਵੇਂ ਮਰਦੇ ਹੈ, ਇਸ ਬਾਰੇ ਦਮੋਦਰ ਨੂੰ ਕੁਛ ਵੀ ਨਹੀਂ ਪਤਾ। ਤੇ ਹੁਣ ਕੀ ਹੈ, ਦਮੋਦਰ ਆਪ ਵੀ ਉਹਨਾਂ ਦਾ 3 ਕੋਹ ਤੱਕ ਪਿੱਛਾ ਕਰਦਾ ਹੈ, ਉਸ ਤੋਂ ਬਾਅਦ ਉਹਨਾਂ ਦਾ ਪਿੱਛਾ ਕਰਨ ਦੀ ਜ਼ਰੂਰਤ ਨਹੀਂ ਸਮਝਦਾ। ਤੇ ਦਮੋਦਰ ਜ਼ਰੂਰੀ ਨਹੀਂ ਸਮਝਦਾ ਉਹਨਾਂ ਦਾ ਪਿੱਛਾ ਕਰਨਾ। ਤੇ ਇਹਦੇ ਬਾਰੇ ਉਹ ਕੀ ਲਿਖਦਾ ਹੈ? ਆਖ ਦਮੋਦਰ ਮੈਂ ਅੱਖੀਂ ਡਿੱਠਾ ਜੋ ਲੰਮੀ ਤਰਫ ਸਿਧਾਏ, ਜੇ ਕੋ ਤਰੈ ਗਏ ਅਗੇਰੇ ਤਾਂ ਅਸੀਂ ਵੀ ਨਾਲੇ ਆਹੇ। ਮਤਲਬ ਕੀ ਹੈ, ਉਹ ਕਹਿੰਦਾ ਵੀ 3 ਕੋਹ ਤੱਕ ਤਾਂ ਮੈਂ ਉਹਨਾਂ ਦੇ ਨਾਲ ਹੀ ਗਿਆ, ਉਸ ਤੋਂ ਬਾਅਦ ਉਹਨੂੰ ਕੋਈ ਨਹੀਂ ਪਤਾ ਵੀ ਜਿਹੜੇ ਉਹਦੇ ਪਾਤਰ ਹੈ ਵੀ ਕਿੱਧਰ ਗਏ ਕਿੱਧਰ ਨਹੀਂ, ਬਸ ਮੱਕੇ ਵੱਲ ਭੇਜ ਦਿੰਦਾ ਉਹਨੂੰ। ਜਿਹੜੀ ਉਸ ਤੋਂ ਬਾਅਦ ਭਾਸ਼ਾ ਕਿਹੜੀ ਇਹਦੇ ਵਿੱਚ ਵਰਤੀ ਗਈ ਹੈ? ਉਪਭਾਸ਼ਾ ਝਾਂਗੀ ਹੈ, ਪੰਜਾਬੀ ਦੀ ਜਿਹੜੀ ਉਪਭਾਸ਼ਾ ਹੈ ਝਾਂਗੀ, ਉਹਦੀ ਵਰਤੋਂ ਕੀਤੀ ਗਈ ਹੈ ਕਿੱਸੇ ਦੇ ਵਿੱਚ। ਇਹਦੇ ਲਈ ਇਹ ਗੱਲ ਮੰਨੀ ਜਾਂਦੀ ਹੈ ਕਿਉਂਕਿ ਜਿਹੜੀ ਹੀਰ ਹੈ ਉਹ ਝੰਗ ਸਿਆਲ ਦੀ ਰਹਿਣ ਵਾਲੀ ਸੀਗੀ, ਜਿਸ ਕਾਰਨ ਮਤਲਬ ਉਹਨੂੰ ਇਹ ਜਿਹੜੀ ਰਚਨਾ ਹੈ ਦਮੋਦਰ ਨੇ ਉਸੇ ਬੋਲੀ ਦੇ ਵਿੱਚ ਪੇਸ਼ ਕੀਤੀ ਹੈ। ਕਿਉਂ ਕੀਤੀ ਹੈ? ਕਿਉਂਕਿ ਉਹ ਚਾਹੁੰਦਾ ਸੀਗਾ ਜਿਹੜੀ ਉਹਦੀ ਇਹ ਕਿੱਸਾ ਹੈ ਵਧੇਰੇ ਯਥਾਰਥਕ ਲੱਗੇ। ਇਹਦੇ ਨਾਲ ਹੀ ਇਹ ਯਥਾਰਥਕ ਲੱਗਦਾ ਹੈ ਕਿਉਂਕਿ ਝੰਗ ਦੀ ਗੱਲ ਹੋ ਰਹੀ ਹੈ ਔਰ ਝਾਂਗੀ ਭਾਸ਼ਾ ਦੇ ਵਿੱਚ ਹੀ ਇਹ ਕਿੱਸਾ ਪੇਸ਼ ਕੀਤਾ ਗਿਆ। ਤੇ ਇਸ ਵੰਨਗੀ ਦੀ ਜਿਹੜੀ ਇੰਨੀ ਲੰਬੀ ਵਰਤਾਂਤਕ ਰਚਨਾ ਪੰਜਾਬੀ ਸਾਹਿਤ ਦੀ ਹੋਰ ਕੋਈ ਨਹੀਂ ਹੈ। ਠੀਕ ਹੈ ਜੀ। ਹੁਣ ਅੱਗੇ ਕੀ ਹੈ, ਕਿਹੜਾ ਛੰਦ ਵਰਤਿਆ ਦਮੋਦਰ ਨੇ? ਦਵਈਆ ਛੰਦ।
ठीक है। ਇਹਦੇ ਵਿੱਚ ਕਾਫੀ ਕਮਜ਼ੋਰੀਆਂ ਵੀ ਨਜ਼ਰ ਆਉਂਦੀਆਂ ਹੈ, ਉਣਤਾਈਆਂ ਵੀ ਨਜ਼ਰ ਆਉਂਦੀਆਂ ਹੈ। ਤਾਂ ਕਹਿੰਦੇ ਹੋ ਸਕਦਾ ਜਿਹੜੀਆਂ ਇਹ ਉਣਤਾਈਆਂ ਹੈ, ਜਿਹੜੇ ਇਹਨੂੰ ਰਚਨਾ ਨੂੰ ਗਾਉਣ ਵਾਲੇ ਸੀਗੇ ਜਾਂ ਇਹਦੇ ਪ੍ਰਕਾਸ਼ਕ ਸੀਗੇ, ਉਹਨਾਂ ਦੀਆਂ ਬੇਪਰਵਾਹੀਆਂ ਨਾ ਹੋ ਸਕਦੀਆਂ ਹੈ। ਠੀਕ ਹੈ ਜੀ। ਇਹ ਜਿਹੜੀ ਰਚਨਾ ਹੈ ਇਹ ਨਾਟਕੀ ਅੰਸ਼ਾਂ ਨਾਲ ਵੀ ਭਰਪੂਰ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਦ੍ਰਿਸ਼ਟਾਂਤ ਵੀ ਦਿੱਤਾ ਹੋਇਆ ਹੈ। ਜਦੋਂ ਹੀਰ ਦੇ ਇਸ਼ਕ ਦੀ ਗੱਲ ਪੂਰੇ ਪਿੰਡ ਵਿੱਚ ਫੈਲ ਜਾਂਦੀ ਹੈ ਤਾਂ ਉਹਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ, ਹੁੱਲੀ ਹੀਰੇ ਹੁੱਲੀ ਭੈਣੇ ਗੱਲ ਤੂੰ ਸਾਡੀ ਹੁੱਲੀ, ਹੁਣੇ ਤਾਂ ਚੂਚਕ ਬਾਪ ਸੁਣੇਂਦਾ, ਤਾਮ ਪੱਕੇ ਨਾ ਚੁੱਭੀ, ਚਾਕਾਂ ਨਾਲ ਕਰੇ ਅਸ਼ਨਾਈ, ਫਿਰਨੀ ਏ ਕੇਸੋਂ ਖੁੱਲੀ, ਸੁਣ ਤੂੰ ਸੱਚ ਸਿਆਣੀ ਕੁੜੀਏ, ਚਾਕਾਂ ਉੱਤੇ ਡੁੱਲੀ। ਦਮੋਦਰ ਬਾਰੇ ਉਸ ਤੋਂ ਬਾਅਦ ਕੀ ਹੈ ਜੀ, ਜਿਵੇਂ ਹੋਰ ਕਿੱਸਾਕਾਰ ਨੇ ਉਹਨਾਂ ਦੇ ਬਾਰੇ ਜਿਹੜੇ ਪਿਛਲੇ ਕਵੀ ਹੈ ਉਹਨਾਂ ਨੇ ਸੰਕੇਤ ਕੀਤੇ ਹੋਏ ਆ, ਪਰ ਜਿਹੜੇ ਦਮੋਦਰ ਹੈ, ਦਮੋਦਰ ਦੇ ਬਾਰੇ ਪਿਛਲੇ ਕਵੀਆਂ ਦੇ ਬਹੁਤ ਘੱਟ ਸੰਕੇਤ ਮਿਲਦੇ ਆ। ਠੀਕ ਹੈ ਜੀ। ਮੀਆਂ ਮੁਹੰਮਦ ਬਖਸ਼ ਨੇ ਸ਼ੈਫਲ ਮਲੂਕ ਵਿੱਚ, ਜਿੱਥੇ ਮਤਲਬ ਸਾਰੇ ਪ੍ਰਸਿੱਧ ਕਵੀਆਂ ਦਾ ਵਰਣਨ ਕੀਤਾ ਹੈ ਮੀਆਂ ਮੁਹੰਮਦ ਬਖਸ਼ ਨੇ ਆਪਣੀ ਪੁਸਤਕ ਸ਼ੈਫਲ ਮਲੂਕ ਦੇ ਵਿੱਚ, ਉੱਥੇ ਦਮੋਦਰ ਬਾਰੇ ਉਹਨੇ ਕੁਝ ਵੀ ਨਹੀਂ ਲਿਖਿਆ। ਕੇਵਲ ਇੱਕ ਹੈ ਗੁਰਦਾਸ ਗੁਣੀ ਹੈ ਜਿਹਨੇ ਆਪਣੀ ਕਥਾ ਹੀਰ ਰਾਂਝਣ ਕੀ ਵਿੱਚ ਇਸ ਵੱਲ ਇਸ਼ਾਰਾ ਕੀਤਾ ਹੈ। ਠੀਕ ਹੈ ਜੀ। ਹੁਣ ਜੇ ਤੁਹਾਨੂੰ ਆ ਜਾਂਦਾ ਹੈ ਪੇਪਰ ਦੇ ਵਿੱਚ ਵੀ ਕਿਹੜੇ ਕਵੀ ਨੇ ਇਹਦੇ ਬਾਰੇ ਸੰਕੇਤ ਕੀਤਾ ਹੈ ਤਾਂ ਉਹ ਕੌਣ ਹੈ ਜੀ, ਗੁਰਦਾਸ ਮੁਨੀ, ਜਿਨ੍ਹਾਂ ਨੇ ਆਪਣੀ ਕਥਾ ਹੀਰ ਰਾਂਝਣ ਕੀ ਵਿੱਚ ਉਸ ਦੇ ਵੱਲ ਇਸ਼ਾਰਾ ਕੀਤਾ ਹੈ। ਉਸ ਤੋਂ ਬਾਅਦ ਅੱਗੇ ਹੈ ਜੀ ਦਮੋਦਰ ਕੀ ਹੈ, ਇੱਕ ਪ੍ਰਤਿਭਾਸ਼ਾਲੀ ਕਵੀ ਹੈ। ਉਸਨੇ ਕੀ ਕੀਤਾ ਹੈ, ਪੰਜਾਬੀ ਦੇ ਵਿੱਚ ਸਭ ਤੋਂ ਵੱਧ ਰਚੇ ਜਾਣ ਵਾਲੇ ਕਿੱਸੇ ਦਾ ਇੱਕ ਅਜਿਹਾ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਪਿੱਛੋਂ ਆਉਣ ਵਾਲੇ ਕਵੀਆਂ ਜਿਵੇਂ ਕਿ ਮੁਕਬਲ ਹੋ ਗਿਆ, ਵਾਰਿਸ ਹੋ ਗਿਆ, ਇਹਨਾਂ ਨੇ ਬੜੀ ਸਫਲਤਾ ਦੇ ਨਾਲ ਇਸ ਜਿਹੜਾ ਇਹ ਕਿੱਸਾ ਹੈ ਇਹਨੂੰ ਵਰਤਿਆ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਜੀ, ਦਮੋਦਰ ਦੀ ਕਾਵ ਕਲਾ ਦੀ ਇੱਕ ਹੋਰ ਖਾਸੀਅਤ ਕੀ ਹੈ ਕਿ ਉਸਨੇ ਰੂੜੀਆਂ ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ਦਾ ਪਾਤਕਾਲੀ ਕਿੱਸਾਕਾਰ, ਇੱਥੋਂ ਤੱਕ ਕਿ ਵਾਰਿਸ ਸ਼ਾਹ ਨੇ ਵੀ ਅਨੁਸਰਨ ਕੀਤਾ ਹੈ। ਜਿਵੇਂ ਕਿ ਉਹਨੇ ਕੀ ਵਰਤਿਆ, ਮਿਸਾਲ ਕੀ ਲਵਾਂਗੇ ਅਸੀਂ ਇਹਦੀ, ਕਿ ਰਾਂਝਾ ਜੋਗੀ ਬਣ ਜਾਂਦਾ ਹੈ ਉਹਦੇ ਕਿੱਸੇ ਦੇ ਵਿੱਚ, ਤੇ ਵਿਆਹ ਵੇਲੇ ਜਦੋਂ ਵਿਆਹ ਕੀਤਾ ਜਾਂਦਾ ਹੀਰ ਦਾ ਤਾਂ ਹੀਰ ਨੂੰ ਦਾਜ ਲੈ ਕੇ ਜਾਂਦੀ ਹੈ ਹੀਰ ਆਪਣੇ ਸਹੁਰੇ ਘਰ ਦੇ ਵਿੱਚ। ਜਿਹੜਾ ਜਦੋਂ ਹੀਰ ਔਰ ਰਾਂਝਾ ਫੜੇ ਜਾਂਦੇ ਤਾਂ ਕੈਦੋ ਜਿਹੜਾ ਉਹਦਾ ਚਾਚਾ ਹੈ ਉਹ ਜਦੋਂ ਉਹਨਾਂ ਦੇ ਬਾਰੇ ਦੱਸਦਾ ਹੈ ਤਾਂ ਉਹਦੀ ਚੋਰੀ ਨੂੰ ਇੱਕ ਸਬੂਤ ਦੇ ਵਜੋਂ ਲੈ ਕੇ ਆਉਂਦਾ ਹੈ, ਤੇ ਹੀਰ ਵੱਲੋਂ ਰਾਂਝੇ ਨੂੰ ਮੱਝਾਂ ਦੀ ਰਖਵਾਲੀ ਦੇ ਲਈ ਨੌਕਰ ਰੱਖਿਆ ਜਾਂਦਾ ਹੈ। ਇਹ ਸਾਰੀਆਂ ਕੀ ਹੈ, ਰੂੜੀਆਂ ਨੇ। ਠੀਕ ਹੈ ਜੀ। ਇਹੀ ਫਿਰ ਅੱਗੇ ਵਾਰਿਸ ਸ਼ਾਹ ਨੇ ਵੀ ਵਰਤੀਆਂ, ਜਿੰਨੇ ਹੋਰ ਕਵੀ ਇਹ ਸਭ ਪਾਤਕਾਲੀ ਕਵੀ ਸੀਗੇ ਦਮੋਦਰ ਦੇ, ਉਹਨਾਂ ਨੇ ਇਸ ਦਾ ਅਨੁਸਰਨ ਕੀਤਾ। ਇੱਥੇ ਹੀ ਬਸ ਨਹੀਂ ਹੈ, ਹੀਰ ਵੱਲੋਂ ਰਾਂਝੇ ਨਾਲ ਇੱਕ ਮਿੱਤਰਤਾ ਦੇ ਭਾਵ ਦਰਸਾਉਣ ਵਾਲੀਆਂ ਪ੍ਰਸਿੱਧ ਸਤਰਾਂ ਵੀ ਦਮੋਦਰ ਨੇ ਪਹਿਲੀ ਵਾਰ ਸਥਾਪਿਤ ਕੀਤੀਆਂ। ਜਿਵੇਂ ਰਾਂਝੇ ਨੂੰ ਧਿੰਦੋ ਆਖਿਆ ਨੇ, ਰਾਂਝਣ ਆਖਿਆ ਹੈ, ਚਾਕ, ਇਹ ਵੀ ਸਭ ਤੋਂ ਪਹਿਲਾਂ ਕਿਹਨੇ ਆਖਿਆ ਹੈ, ਦਮੋਦਰ ਨੇ। ਹੀਰ ਦੇ ਲਈ ਕਿਹੜੇ ਸ਼ਬਦ ਵਰਤੇ ਨੇ, ਸਲੇਟੀ, ਜਟੇਟੀ, ਚਕੇਟੀ, ਇਹ ਵੀ ਕਿਹਦੀ ਕਹਾੜਤ ਹੈ, ਦਮੋਦਰ ਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਸ਼ਬਦਾਂ ਨੂੰ ਜਿਹੜਾ ਵਾਰਿਸ ਸ਼ਾਹ ਹੈ ਉਹਨੇ ਵੀ ਬੜੇ ਪਿਆਰ ਦੇ ਨਾਲ ਆਪਣੇ ਕਿੱਸੇ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਵਰਤਿਆ ਹੈ। ਜਿਵੇਂ ਰਾਂਝੇ ਦੇ ਲਈ ਧਿੰਦੋ, ਰਾਂਝਣ, ਚਾਕ ਸ਼ਬਦ ਹੋ ਗਏ, ਤੇ ਹੀਰ ਦੇ ਲਈ ਸਲੇਟੀ, ਜਟੇਟੀ ਤੇ ਚਕੇਟੀ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਕਿ ਦਮੋਦਰ ਤੋਂ ਬਿਨਾਂ ਪੰਜਾਬੀ ਦੇ ਵਿੱਚ ਲਗਭਗ 50 ਹੋਰ ਕਵੀਆਂ ਦੇ ਕਿੱਸੇ ਮਿਲਦੇ। ਕਿੰਨੇ ਹੋਰ ਕਵੀਆਂ ਦੇ ਕਿੱਸੇ ਮਿਲਦੇ ਆ? ਲਗਭਗ 50 ਹੋਰ ਕਵੀ ਹੈ ਜਿਨ੍ਹਾਂ ਦੇ ਕਿੱਸੇ ਮਿਲਦੇ ਆ। ਇਹਨਾਂ ਦੇ ਵਿੱਚ ਹੈਗੇ ਜੀ ਜਿਹੜੇ ਇੰਪੋਰਟੈਂਟ ਹੈ, ਖਾਸ ਤੌਰ 'ਤੇ ਪ੍ਰਸਿੱਧ ਹੈ, ਜਿਨ੍ਹਾਂ ਦੀਆਂ ਹੀਰਾਂ ਲਿਖੀਆਂ ਹੋਈਆਂ, ਉਹਨਾਂ ਦੇ ਨਾਮ ਨੇ ਮੀਆਂ ਚਿਰਾਗ ਅਵਾਨ, ਅਹਿਮਦ ਗੁੱਜਰ, ਮੁਕਬਲ, ਵਾਰਿਸ ਸ਼ਾਹ, ਫਜ਼ਲ ਸ਼ਾਹ, ਭਗਵਾਨ ਸਿੰਘ, ਜੋਗਾ ਸਿੰਘ, ਕਾਨ ਸਿੰਘ, ਮੌਲਾ ਬਖਸ਼ ਕੁਸ਼ਤਾ। ਇਹਨਾਂ ਸਾਰੀਆਂ ਦੀਆਂ ਲਿਖੀਆਂ ਹੋਈਆਂ ਹੀਰਾਂ ਨੇ ਜਿਹੜੀਆਂ ਉਹ ਖਾਸ ਤੌਰ 'ਤੇ ਪ੍ਰਸਿੱਧ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰੋ, ਤੇ ਆਪਣੇ ਵਿਊ ਹੈ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ।
ਓਕੇ, ਧੰਨਵਾਦ ਸਾਰਿਆਂ ਦਾ।